ਦੋਸਤੋ ਵੇਲੇ ਦੀ ਗੱਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਪਹਿਲਾਂ ਤਾਂ ਅਸੀਂ ਕੁਝ ਤਕਨੀਕੀ ਕਾਰਨਾਂ ਕਰਕੇ ਸਾਨੂੰ ਥੋੜ੍ਹਾ ਕਵੇਲਾ ਜਿਹਾ ਹੋ ਗਿਆ, ਇਸ ਕਰਕੇ ਤੁਹਾਡੇ ਤੋਂ ਮਾਫ਼ੀ ਚਾਹੁੰਦੇ ਹਾਂ। ਅੱਜ ਸਾਡੇ ਜਿਹੜੀਆਂ ਗੱਲਬਾਤ ਲਈ ਨੇ ਸਾਡੇ ਨਾਲ ਹਮੀਰ ਸਿੰਘ ਜੀ ਨੇ। ਹਮੀਰ ਜੀ, ਤੁਹਾਡਾ ਸਵਾਗਤ ਹੈ। ਜੀ ਸਭ ਸ਼ੁਕਰੀਆ। ਤੋਂ ਪਹਿਲੀ ਗੱਲ ਤਾਂ ਅੱਜ ਦੋ ਤਿੰਨ ਗੱਲਾਂ ਨੇ ਜਿਹੜੀਆਂ ਸਾਡੇ ਆਈਆਂ ਸੁਪਰੀਮ ਕੋਰਟ ਦੀਆਂ। ਦੋ ਗੱਲਾਂ ਨੇ। ਪਹਿਲੀ ਗੱਲ ਹੈ ਵੀ ਜਿਹੜਾ ਇੱਕ ਪੱਤਰਕਾਰ ਹੈ ਸਦੀਕੀ ਕੱਪਨ, ਉਹਦੀ ਜ਼ਮਾਨਤ ਅਦਾਲਤ ਨੇ, ਸੁਪਰੀਮ ਕੋਰਟ ਨੇ ਮਨਜ਼ੂਰ ਕੀਤੀ ਹੈ। ਇਹ ਕੱਪਨ ਕੌਣ ਹੈ, ਇਹਨੂੰ ਕਿਉਂ ਅੰਦਰ ਕੀਤਾ ਗਿਆ ਸੀ, ਇਹ ਸਾਰਾ ਦੱਸਿਓ ਮਾੜਾ ਜਿਹਾ। ਅਸਲ 'ਚ ਸਦੀਕੀ ਕੱਪਨ ਇੱਕ ਪੱਤਰਕਾਰ ਹੈ, ਕੇਰਲਾ ਬੇਸਡ ਹੈ, ਕੇਰਲਾ ਤੋਂ ਰਹਿੰਦਾ। ਜਦੋਂ 2020 'ਚ ਅਕਤੂਬਰ 2020 'ਚ ਯੂਪੀ ਦੇ ਵਿੱਚ ਇੱਕ ਬੜੀ ਵੱਡੀ ਘਟਨਾ ਵਾਪਰੀ ਸੀ, ਹਾਥਰਸ ਘਟਨਾ ਦੇ ਨਾਂ ਨਾਲ ਮਸ਼ਹੂਰ ਹੈ। ਹਾਥਰਸ ਦੇ ਵਿੱਚ ਇੱਕ ਦਲਿਤ ਲੜਕੀ ਦੇ ਨਾਲ ਸਮੂਹਿਕ ਜਬਰ ਜਨਾਹ ਕਰਕੇ ਉਹਦੇ ਕਤਲ ਦਾ ਮਾਮਲਾ ਸੀਗਾ, ਅਤੇ ਉਹ ਦੇਸ਼ ਪੱਧਰ ਦੇ ਉੱਤੇ ਬਹੁਤ ਵੱਡੇ ਪੱਧਰ 'ਤੇ ਉੱਠਿਆ ਸੀ। ਅਤੇ ਉੱਥੋਂ ਸਦੀਕੀ ਕੱਪਨ ਆਪਣੇ ਸਾਥੀ ਦੇ ਨਾਲ ਉਸ ਨੂੰ ਕਵਰ ਕਰਨ ਦੇ ਲਈ ਜਾ ਰਿਹਾ ਸੀ ਅਤੇ ਅਜੇ ਘਟਨਾ ਸਥਾਨ 'ਤੇ ਨਹੀਂ ਗਿਆ ਅਤੇ ਨਾ ਕਵਰ ਕੀਤਾ, ਨਾ ਕੋਈ ਸਟੋਰੀ ਹੋਈ, ਅਤੇ ਰਸਤੇ ਦੇ ਵਿੱਚ ਹੀ ਉਹਨੂੰ ਫੜ ਲਿਆ ਅਤੇ ਫੜ ਕੇ ਉਹਨਾਂ 'ਤੇ ਸਾਰਿਆਂ 'ਤੇ ਜਿਹੜੇ ਵੀ ਇੱਕ ਗੱਡੀ ਦੇ ਵਿੱਚ ਸ਼ਾਮਲ ਸੀ ਉਹਨਾਂ 'ਤੇ ਜੂਏ ਪੀਏ ਲਾਤਾ, ਜਿਹਨੂੰ ਗੈਰ ਕਾਨੂੰਨੀ ਜਿਹੜੀਆਂ ਸਰਗਰਮੀਆਂ ਰੋਕਣ ਵਾਲਾ ਕਾਨੂੰਨ ਜੂਏ ਪੀਏ ਜੋ ਆਪਾਂ ਕਹਿੰਦੇ ਹਾਂ, ਅੱਤਵਾਦੀਆਂ 'ਤੇ ਲੱਗਦਾ। ਅਤੇ ਉਹਦੀ ਇਬਾਰਤ ਇਹ ਲਿਖੀ ਕਿ ਇਹ ਬੰਦੇ ਨੇ ਉੱਥੇ ਜਾ ਕੇ ਕਵਰ ਕਰਨਾ ਸੀ, ਉੱਥੇ ਜਾ ਕੇ ਨਫ਼ਰਤ ਫੈਲਾਉਣੀ ਸੀ, ਜਾਤੀਵਾਦ ਫੈਲਾਉਣਾ ਸੀ, ਦੇਸ਼ ਦੇ ਵਿੱਚ ਬੜੇ ਭਾਰੀ ਟਕਰਾਅ ਪੈਦਾ ਕਰ ਦੇਣਾ ਸੀ। ਇਸੇ ਇੱਕ ਗੱਲ ਦੇ ਉੱਤੇ ਉਹਨੂੰ ਫੜ ਲਿਆ ਗਿਆ। ਹੁਣ ਉਹ ਲਗਭਗ 23 ਮਹੀਨੇ ਹੋ ਗਏ ਬਿਨਾਂ ਜ਼ਮਾਨਤ ਤੋਂ ਹੀ ਉਹ ਜੇਲ੍ਹ ਦੇ ਅੰਦਰ ਬੰਦ ਹੈ, ਅਤੇ ਹੇਠਾਂ ਦੀਆਂ ਅਦਾਲਤਾਂ ਤੋਂ ਉੱਪਰ ਤੱਕ ਜਾਂਦਾ ਰਿਹਾ ਜਾਂ ਜ਼ਮਾਨਤਾਂ ਦੀ ਗੱਲ ਕਰਦੇ ਰਹੇ ਅਤੇ ਕੋਈ ਗੱਲ ਨਹੀਂ। ਇੱਥੋਂ ਤੱਕ ਕਿ ਹੇਠਾਂ ਅਦਾਲਤ ਨੇ ਵੀ ਇਹ ਕਹਿ ਦਿੱਤਾ ਵੀ ਤੇਰਾ ਕੀ ਕੰਮ ਸੀ ਉੱਥੋਂ ਕੇਰਲਾ ਤੋਂ ਉੱਥੇ ਜਾਣਾ, ਤੇਰਾ ਉੱਥੇ ਕੋਈ ਲੋਕਲ ਪੱਤਰਕਾਰ ਜਾਂ ਕੋਈ ਕਰਦਾ ਜਾਂ ਫਲਾਨਾ ਤੈਨੂੰ ਕੰਮ। ਮਤਲਬ ਇਹ ਕੰਮ ਵੀ ਹੁਣ ਕਿਹਨੇ ਕਿੱਥੇ ਕਵਰ ਕਰਨ ਜਾਣਾ। ਲੋਕ ਜੰਗ ਕਵਰ ਕਰਨ ਵਗ ਜਾਂਦੇ ਨੇ, ਕੋਈ ਦੂਜੇ ਇੱਧਰ ਦੂਜੇ ਦੇਸ਼ 'ਚ ਇਵੈਂਟ ਕਵਰ ਕਰਨ ਵਗ ਜਾਂਦੇ ਨੇ, ਸਪੈਸ਼ਲ ਦੂਰ ਦੂਰ ਚੀਜ਼ਾਂ ਨੇ। ਇਹ ਦੱਸਣਾ ਤਾਂ ਕਿਸੇ ਦਾ ਜਾਂ ਸਰਕਾਰ ਦਾ ਜਾਂ ਕਿਸੇ ਦਾ ਕੰਮ ਨਹੀਂ, ਉਹਦੇ ਆਪਣੇ ਅਦਾਰੇ ਦਾ ਜਾਂ ਜਿਹੜਾ ਉਹ ਕੰਮ ਕਰ ਰਿਹਾ ਉਹਨੂੰ ਪਤਾ ਕੀ ਹੈ ਨਾ। ਪਰ ਇਹ ਚੀਜ਼ ਬਾਰੇ ਬੜਾ ਰੌਲਾ ਪਿਆ ਇਸ ਕਰਕੇ ਕਿ ਜਿਹੜਾ ਫਰੀਡਮ ਆਫ ਐਕਸਪ੍ਰੈਸ਼ਨ ਹੈ, ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਾ ਸਵਾਲ ਹੈ, ਅਤੇ ਆਪਣੀ ਗੱਲ ਕਹਿਣ ਦਾ ਸਵਾਲ ਹੈ, ਚਾਹੇ ਉਹ ਲਿਖਤੀ ਤੌਰ 'ਤੇ, ਜ਼ੁਬਾਨੀ ਤੌਰ 'ਤੇ, ਜਿਸ ਵੀ ਤਰੀਕੇ ਦੇ ਨਾਲ, ਕੀ ਇਹ ਸੰਵਿਧਾਨ ਦੇ ਪੱਖ ਤੋਂ ਠੀਕ ਹੈ। ਅਤੇ ਸੁਪਰੀਮ ਕੋਰਟ ਨੇ ਵੀ ਇਹੀ ਕਿਹਾ ਹੁਣ ਕਿ ਇਹ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਜਿਹੜੀ ਹੈ ਉਹਨੂੰ ਤੁਸੀਂ ਕ੍ਰਸ਼ ਨਹੀਂ ਕਰ ਸਕਦੇ, ਅਤੇ ਉਹਨੂੰ ਜ਼ਮਾਨਤ ਜਿਹੜੀ ਹੈ ਉਸ ਪੱਧਰ ਦੇ ਉੱਤੇ ਦੇਣ ਦਾ ਇਹ ਫੈਸਲਾ ਕੀਤਾ। ਜ਼ਮਾਨਤ ਮਿਲ ਜੇਗੀ ਹੁਣ, ਔਰ ਉਸ ਜ਼ਮਾਨਤ ਤੋਂ ਬਾਅਦ ਕੁਝ ਦਿਨ ਉਹਨੂੰ ਦਿੱਲੀ 'ਚ ਰਹਿਣਾ ਪਏਗਾ, ਅਤੇ ਉਸ ਤੋਂ ਬਾਅਦ ਉਹ ਜਿਹੜਾ ਕੇਰਲਾ ਦਾ ਜਦੋਂ ਉਹਦਾ ਪਰਮਾਨੈਂਟ ਐਡਰੈਸ ਜਾਂ ਬਾਕੀ ਹੋਊਗਾ। ਇੱਥੇ ਵੀ ਸਰਕਾਰੀ ਵਕੀਲ ਨੇ ਬੜਾ ਜ਼ਿਆਦਾ ਜ਼ੋਰ ਲਾਇਆ ਕਿ ਇਹ ਬੰਦਾ ਜੀ ਅਸਲ ਦੇ ਵਿੱਚ ਮਾਸਟਰ ਮਾਈਂਡ ਹੈ, ਬੁੱਧੀਜੀਵੀ ਤੌਰ 'ਤੇ ਇੰਟਲੈਕਚੁਅਲ ਹੈ, ਉਹਦੇ ਪਿੱਛੇ ਜਿਹੜੇ ਲੋਕ ਦੇਸ਼ ਦੇ ਵਿੱਚ ਇੱਕ ਮਾਹੌਲ ਇਹੋ ਜਿਹਾ ਵਿਗਾੜਨਾ ਚਾਹੁੰਦੇ ਨੇ ਜਾਂ ਬਾਕੀ ਦੀਆਂ ਚੀਜ਼ਾਂ ਕਰਨੀਆਂ ਚਾਹੁੰਦੇ ਨੇ, ਇਸ ਕਰਕੇ ਉਹਨੂੰ ਜ਼ਮਾਨਤ ਕਿਸੇ ਵੀ ਰੂਪ 'ਚ ਦੇਣੀ ਚਾਹੀਦੀ। ਹੁਣ ਸਭ ਤੋਂ ਬੜਾ ਸਵਾਲ ਸੋਚਣ ਦਾ ਇਹ ਹੈ ਕਿ ਚਲੋ ਇੰਨੇ ਸਮੇਂ ਬਾਅਦ ਵੀ 2 ਸਾਲ ਜ਼ਿੰਦਗੀ ਦੇ ਲਗਭਗ ਲੰਘ ਗਏ ਬੰਦੇ ਦੇ ਪ੍ਰੋਮੀਨੈਂਟ, ਉਹਦਾ ਪਰਿਵਾਰ ਕਿਵੇਂ ਰਿਹਾ ਹੋਊਗਾ, ਉਹਦੇ ਬੱਚੇ, ਉਹਦਾ ਬਾਕੀ ਦਾ ਮਾਹੌਲ ਕਿਸ ਤਰ੍ਹਾਂ ਚੱਲਿਆ ਹੋਏਗਾ। ਫਿਰ ਜਿਹੜਾ ਦਰ ਕਚਹਿਰੀਆਂ ਦੇ ਵਿੱਚ ਜਾਣਾ, ਵਕੀਲ ਕਰਨਾ, ਵੱਖ-ਵੱਖ ਤਰ੍ਹਾਂ ਦੇ ਜਿਹੋ ਜਿਹਾ ਸਾਡੇ ਸਿਸਟਮ ਹੈ, ਮਤਲਬ ਇਹ ਬਹੁਤ ਬੜਾ ਇੱਕ ਕੁਐਸਚਨ ਮਾਰਕ ਹੈ ਕਿ ਕੀ ਕਿਸੇ ਨੂੰ ਉਸ ਕ੍ਰਾਈਮ ਦੀ ਸਜ਼ਾ ਦਿੱਤੀ ਜਾ ਸਕਦੀ, ਉਸ ਅਪਰਾਧ ਦੀ ਜਿਹੜਾ ਹੋਇਆ ਹੀ ਨਹੀਂ, ਜਿਹੜਾ ਮਤਲਬ ਸਜ਼ਾ ਤਾਂ ਦੂਰ ਫੜ ਲਓ, ਜਿਹੜੀ ਅਜੇ ਤੁਸੀਂ ਇਹ ਤਾਂ ਇੱਕ ਕਈ ਵਾਰ ਕਿਹਾ ਕਿ ਜਿਵੇਂ ਪਿਛਲੇ ਸਮੇਂ ਦੇ ਵਿੱਚ ਵੀ ਤੁਸੀਂ ਇੱਕ ਟਵੀਟ ਲਿਖਿਆ ਸੀ ਜੀ, ਇਸ ਕਰਕੇ ਅਸੀਂ 2018 ਦੇ ਟਵੀਟ 'ਤੇ ਫਲਾਣੇ ਬੰਦੇ ਨੂੰ ਅਸੀਂ ਅੰਦਰ ਕਰਤਾ, ਫਲਾਨਾ। ਇਹਦੇ ਤਾਂ ਕੋਈ ਟਵੀਟ ਨਹੀਂ, ਕੋਈ ਗੱਲ ਨਹੀਂ, ਕੁਝ ਹੋਇਆ ਹੀ ਨਹੀਂ ਹੈ ਨਾ। ਜੇ ਹੋਇਆ ਹੀ ਨਹੀਂ ਹੈ ਅਤੇ ਦੂਜੀ ਗੱਲ ਇਹ ਹੈ ਕਿ ਰਸਤੇ ਦੇ ਵਿੱਚ ਤੁਸੀਂ ਰੁਕਾਵਟ ਕਿਵੇਂ ਪਾਈ ਕਿ ਕੋਈ ਕਵਰ ਕਰਨ ਜਾ ਰਿਹਾ ਹੈ, ਅਤੇ ਉਹ ਘਟਨਾਵਾਂ ਇਹਦਾ ਮਤਲਬ ਹੋਣਗੀਆਂ ਹੀ ਨਹੀਂ ਹੁਣ ਜਿਹੜੇ ਗਰੀਬ ਬੰਦਿਆਂ ਦੇ ਨਾਲ ਜਾਂ ਬਾਕੀ ਦੇ ਨਾਲ ਵਾਪਰਨਗੀਆਂ। ਯੂਪੀ ਦੀ ਗੌਰਮੈਂਟ ਜੋ ਸੋਚੇਗੀ ਉਸ ਤਰੀਕੇ ਨਾਲ ਚੱਲੂਗਾ ਸਮਾਜ, ਜਾਂ ਸੰਵਿਧਾਨ ਦੇ ਮੁਤਾਬਿਕ ਚੱਲੂਗਾ, ਜਾਂ ਬਾਕੀ ਦੀਆਂ ਚੀਜ਼ਾਂ ਚੱਲੇਗਾ। ਪਰ ਇੰਨੇ ਲੰਮੇ ਸਮੇਂ ਬਾਅਦ ਵੀ ਉਹਦੇ ਪਰਿਵਾਰ ਨੂੰ, ਉਹਦੀ ਪਤਨੀ ਨੇ ਵੀ ਰਾਹਤ ਮਹਿਸੂਸ ਕੀਤੀ ਹੈ ਕਿ ਚਲੋ ਚੰਗਾ ਕੀਤਾ ਜੀ। ਹਾਲਾਂਕਿ ਨਹੀਂ ਤਾਂ ਬੰਦਾ ਉਵੇਂ ਵੀ ਬੋਲ ਦਿੰਦਾ ਵੀ ਇੰਨਾ ਚਿਰ ਕਿਉਂ, ਕਿਉਂਕਿ ਬੰਦਾ ਸੋਚਦਾ ਵੀ ਕਿ ਚਲੋ ਖਹਿੜਾ ਤਾਂ ਛਡਾਓ, ਇੱਕ ਵਾਰ ਚੰਗਾ ਹੋਇਆ, ਸਾਡਾ ਨਿਆਂ ਪ੍ਰਣਾਲੀ ਬਹੁਤ ਵਧੀਆ। ਪਰ ਨਿਆਂ ਜਦੋਂ ਇੰਨਾ ਚਿਰ ਬਾਅਦ ਮਿਲੇਗਾ, ਇਹ ਅਗਲੀ ਹੀ ਪੇਸ਼ੀਆਂ 'ਤੇ ਅਦਾਲਤਾਂ ਦੇ ਵਿੱਚ ਕਿਉਂ ਇਹ ਗੱਲਾਂ ਨਹੀਂ ਹੁੰਦੀਆਂ। ਮੰਨ ਲਓ ਕਿ ਤੁਸੀਂ ਸਬੂਤ ਦੱਸੋ, ਤੁਹਾਡੇ ਕੋਲ ਕੀ ਹੈ, ਕੀ ਐਵੀਡੈਂਸ ਹੈ, ਦਸਤਾਵੇਜ਼ ਕੀ ਹੈ ਜੀ, ਕਿਹੜਾ ਕ੍ਰਾਈਮ ਪ੍ਰਾਈਮਾ ਫੇਸੀ ਵੀ ਤਾਂ ਮੁੱਢਲੇ ਤੌਰ 'ਤੇ ਦੇਖਣ 'ਚ ਲੱਗਦਾ ਹੁੰਦਾ ਨਾ ਕਿ ਇਹਨੇ ਆਹ ਕ੍ਰਾਈਮ ਕੀਤਾ ਜਾਂ ਨਹੀਂ ਕੀਤਾ। ਉਦੋਂ ਬਾਅਦ ਉਹਦਾ ਟਰਾਇਲ ਹੁੰਦਾ। ਯੂਏਪੀਏ ਵਰਗਾ ਕਾਨੂੰਨ ਤਾਂ ਇਹੋ ਜਿਹਾ ਜਿਹ 'ਚ ਟਰਾਇਲ ਦੀ ਲੋੜ ਹੈ ਨਹੀਂ, ਇੰਨਾ ਸਮਾਂ ਬਿਨਾਂ ਟਰਾਇਲ 'ਚ। ਕਿ ਹੋਰ ਵੀ ਬਹੁਤ ਬੰਦੇ ਇਸ ਕੇਸ ਦੇ ਵਿੱਚ ਲਗਾਤਾਰ ਬੰਦ ਨੇ। ਸੀਤਲਾਵਾੜ ਨੂੰ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਜ਼ਮਾਨਤ ਮਿਲੀ ਹੈ ਹੁਣੇ ਅਜੇ,
ਉਹਦੇ ਤੇ ਦੋ ਉਲਟਾ ਕੰਮ ਸੀ। ਉਹ ਵੀ ਅਦਾਲਤ ਨੇ ਇਹ ਕਿਹਾ ਸੀ, ਸੁਪਰੀਮ ਕੋਰਟ ਨੇ, ਉਹ ਕਹਿੰਦੇ ਵੀ ਜਦ ਕੋਈ ਮੁਕੱਦਮਾ ਹੀ ਨਹੀਂ, ਕੋਈ ਕੇਸ ਨਹੀਂ, ਕੋਈ ਗੱਲ ਹੀ ਨਹੀਂ ਹੈ, ਤੇ ਉਹਨੂੰ ਉਹਦੇ ਤੋਂ ਬਿਨਾਂ ਹੀ ਚੱਕ ਕੇ ਅੰਦਰ ਬੰਦ ਕਰ ਦਿਓ, ਬਿਨਾਂ ਸਾਰੇ ਮਾਮਲੇ ਦੇ ਵਿੱਚ। ਕੇਵਲ ਕੋਰਟ ਨੇ ਇੰਨਾ ਜ਼ਰੂਰ ਕਿਹਾ ਸੀਗਾ, ਕੋਰਟ ਦਾ ਇੱਕ ਮਾਮਲਾ ਸੀ ਕਿ ਉਹਨਾਂ ਹੀ ਗੱਲਾਂ ਤੇ ਬਾਰ-ਬਾਰ ਪਟੀਸ਼ਨਾਂ ਪਾਉਣਾ ਜਿਹੜਾ ਉਹ ਠੀਕ ਨਹੀਂ ਹੁੰਦਾ। ਇਸ ਕਰਕੇ ਦੇਸ਼ ਦੇ ਅੰਦਰ ਜਿਸ ਢੰਗ ਨਾਲ ਗੌਰਮੈਂਟਾਂ ਹੁਣ ਵਿਚਰ ਰਹੀਆਂ ਨੇ, ਉਹ ਉਹਨਾਂ ਤੇ ਬਹੁਤ ਵੱਡਾ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿ ਜਿਹੜੇ ਬੋਲਣ ਵਾਲੇ ਬੰਦੇ ਨੇ, ਲਿਖਣ ਵਾਲੇ ਬੰਦੇ ਨੇ, ਜਾਂ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰਨ ਵਾਲੇ ਬੰਦੇ ਨੇ, ਉਹਨਾਂ 'ਤੇ ਕਿਸ ਲੈਵਲ ਦਾ ਮਾਹੌਲ ਕੱਸਿਆ ਜਾ ਰਿਹਾ ਹੈ, ਟਾਈਟ ਕੀਤਾ ਜਾ ਰਿਹਾ ਹੈ, ਤਾਂ ਕਿ ਜ਼ੁਬਾਨ ਜਿਹੜੀ ਬੰਦ ਜੇਕਰ ਹੋ ਜੇ। ਇਸੇ ਕਰਕੇ ਸ਼ਾਇਦ ਬਹੁਤ ਸਾਰੇ ਲੋਕ ਇਹ ਮਹਿਸੂਸ ਕਰਦੇ ਨੇ ਕਿ ਸੰਵਿਧਾਨ 'ਚ ਮਿਲੀਆਂ ਜਿਹੜੀਆਂ ਗਰੰਟੀਆਂ, ਆਜ਼ਾਦੀਆਂ ਜਾਂ ਜਿਹੜੀ ਲਿਬਰਟੀ ਹੈ, ਉਹ ਕਿਸ ਤਰ੍ਹਾਂ ਨਾਲ ਬਹਾਲ ਰਹੇ। ਹੋਰ ਨਾ ਜ਼ਿਆਦਾ ਲੈਣ ਦੀ ਗੱਲ ਤਾਂ ਬਾਅਦ 'ਚ ਹੈ, ਜਿਹੜੀ ਆਲਰੇਡੀ ਹੈਗੀ ਹੈ, ਮੌਜੂਦ ਹੈ, ਇਹਨੂੰ ਕਿਵੇਂ ਕਾਇਮ ਰੱਖਿਆ ਜਾਏ। ਤੁਹਾਡੀ ਇੱਕ ਗੱਲ ਚੋਂ ਮੇਰੀ ਇੱਕ ਗੱਲ ਨਿਕਲ ਆਉਂਦੀ ਹੈ, ਜਿਵੇਂ ਤੁਸੀਂ ਦੱਸਿਆ ਵੀ ਅਦਾਲਤ ਨੇ ਕਿ ਜਦ ਕੁਝ ਕੀਤਾ ਹੀ ਨਹੀਂ ਹੈਗਾ ਤਾਂ ਤੁਸੀਂ ਬੰਦਾ ਅੰਦਰ ਕਿਉਂ ਕਰ ਲਿਆ। ਪਰ ਹੁਣ ਸਵਾਲ ਇਹ ਉੱਠਦਾ ਵੀ ਕਿ ਸੁਪਰੀਮ ਕੋਰਟ ਨੇ ਉਹ ਬੰਦਿਆਂ ਦੇ ਖਿਲਾਫ ਕੋਈ ਇਹੋ ਜਿਹਾ ਹੁਕਮ ਦਿੱਤਾ ਹੈ, ਜਿਹੋ ਜਿਹੀ ਕਾਰਵਾਈ ਕਰਨ ਲਈ ਕਿਹਾ ਹੈ, ਜਿਨ੍ਹਾਂ ਨੇ ਬਿਨਾਂ ਕੁਝ ਕੀਤੇ ਹੀ ਬੰਦੇ ਨੂੰ ਅੰਦਰ ਕਰ ਰੱਖਿਆ। ਨਹੀਂ, ਇਹੀ ਸਾਡੇ ਜਿਹੜਾ ਜਸਟਿਸ ਸਿਸਟਮ ਦੇ ਵਿੱਚ ਬਹੁਤ ਬੜੀ ਪ੍ਰੋਬਲਮ ਹੈ। ਸਾਡੇ ਨਾਲ ਕਿਹਾ ਜਾਂਦਾ ਸਾਡੇ ਢਾਂਚੇ ਦੇ ਵਿੱਚ ਕਿ ਸਾਡੇ ਕੋਰਟ ਆਫ ਜਸਟਿਸ ਨਹੀਂ ਹੈ, ਕੋਰਟ ਆਫ ਲਾਅ ਹੈ। ਮਤਲਬ ਨਿਆਂ ਦਾ ਨਹੀਂ ਜ਼ਰੂਰੀ ਹੋਵੇ, ਕਾਨੂੰਨ ਜੋ ਕਹਿੰਦਾ ਉਹਦੇ 'ਤੇ ਹੁੰਤਰ ਹੋਇਆ ਵੀ ਜੋ ਕਾਨੂੰਨ ਬਣਿਆ ਹੋਇਆ ਉਹਨੂੰ ਹੱਕ ਮਿਲ ਗਿਆ ਚਾਹੇ। ਔਰ ਜੇ ਕੋਰਟ ਆਫ ਜਸਟਿਸ ਬਿਲਕੁਲ ਇਸੇ ਲਈ ਪੁਲਿਸ ਜਾਂ ਜਿਹੜੀਆਂ ਏਜੰਸੀਆਂ ਨੇ, ਉਹ ਜਿਹੜੇ ਮਰਜ਼ੀ ਤੇ ਬੰਦੇ ਤੇ ਮਨਮਾਨੀ ਕਰਦੀਆਂ ਨੇ, ਜਿਹੜਾ ਮਰਜ਼ੀ ਕੇਸ ਪਾ ਦਿਓ, ਜਿਹੜਾ ਹਟਾ ਦਿਓ, ਕਿਉਂਕਿ ਉਹਨਾਂ ਨੂੰ ਪਤਾ ਵੀ ਸਾਡੇ ਖਿਲਾਫ ਕੁਝ ਨਹੀਂ ਹੋਣਾ। ਜੇ ਸੱਚੀਓ ਜਮਹੂਰੀਅਤ ਹੈ ਜਾਂ ਇੱਥੇ ਲੋਕ ਰਾਜ ਹੈ, ਲੋਕਾਂ ਦੇ ਗੱਲ ਦੀ ਕਦਰ ਕੀਤੀ ਜਾਂਦੀ ਹੈ, ਹਰ ਬੰਦੇ ਦੀ ਸ਼ਾਨ ਹੈ, ਹਰ ਬੰਦੇ ਦਾ ਆਪਣਾ ਇੱਕ ਇਮਾਨ ਹੈ, ਤਾਂ ਇਹ ਐਕਟ ਜਾਂ ਇਹੋ ਜਿਹਾ ਢਾਂਚਾ ਦਾ ਪ੍ਰਬੰਧ ਜ਼ਰੂਰ ਕਰਨਾ ਚਾਹੀਦਾ ਕਿ ਜੇ ਕੋਈ ਜ਼ਬਰਦਸਤੀ ਜਿਹੜੇ ਮਰਜ਼ੀ ਅਹੁਦੇ ਤੇ ਬੈਠਾ ਕਿਸੇ ਇਨਸਾਨ ਨਾਲ ਕਰੂਗਾ ਤਾਂ ਉਲਟਾ ਉਹਦੇ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ। ਜੇ ਇਹ ਡਰ ਹੋਏਗਾ ਤਾਂ ਥੋੜ੍ਹਾ ਜਿਹਾ ਕੋਈ ਇਹਨਾਂ ਗੱਲਾਂ ਨੂੰ ਦੇਖ ਕੇ ਫਿਰ ਕਾਰਵਾਈ ਕਰਿਆ ਕਰੂਗਾ, ਕਿਉਂਕਿ ਜੇ ਮੇਰੇ ਕੋਲ ਸਬੂਤ ਨਾ ਹੋਏ ਤਾਂ ਕੱਲ੍ਹ ਨੂੰ ਮੇਰੇ ਖਿਲਾਫ ਕਾਰਵਾਈ ਹੋ ਜਾਂਦੀ ਹੈ। ਇਹ ਬਹੁਤ ਬੜੀ ਕਮੀ ਹੈ ਸਾਡੇ ਜਸਟਿਸ ਸਿਸਟਮ ਦੇ ਵਿੱਚ, ਸਾਡੇ ਲਾ ਇਨਫੋਰਸਮੈਂਟ ਏਜੰਸੀਆਂ ਦੀ ਜਵਾਬਦੇਹੀ ਦੇ ਵਿੱਚ, ਜਿਹੜੀ ਕਿ ਹੋਣੀ ਚਾਹੀਦੀ ਹੈ। ਮੇਰਾ ਖਿਆਲ ਹੈ ਸਿਵਲ ਸੁਸਾਇਟੀ ਦੀ ਤੇ ਪੋਲੀਟੀਕਲੀ ਇਹ ਸਭ ਤੋਂ ਬੜਾ ਕੁਐਸਚਨ ਹੋਣਾ ਚਾਹੀਦਾ ਆਉਣ ਵਾਲੇ ਦਿਨਾਂ 'ਚ। ਜਿੱਧਰ ਨੂੰ ਸਰਕਾਰਾਂ ਤੁਰ ਪਈਆਂ ਉਹਨੂੰ ਰੋਕਣ ਦੇ ਵਾਸਤੇ ਇਹ ਬਹੁਤ ਇੱਕ ਡੈਟਰੈਂਟ ਤੇ ਇੱਕ ਰੁਕਾਵਟ ਵਾਲੀ ਚੀਜ਼ ਬਣ ਸਕਦੀ ਹੈ ਜੇ ਵੱਡੇ ਪੱਧਰ ਤੇ ਆਵਾਜ਼ ਉੱਠੇ ਤਾਂ। ਅਮੀਰ ਜੀ, ਤੋਂ ਇੱਕ ਗੱਲ ਤਾਂ ਇਹ ਨਿਕਲਦੀ ਵੀ ਜਦ ਦੇਸ਼ ਦਾ ਇਹਨੂੰ ਕਹਿੰਦੇ ਜਮਹੂਰੀਅਤ ਦਾ ਚੌਥੇ ਥੰਮ ਦਾ ਇਹ ਹਾਲ ਹੈ, ਜਿਹੜਾ ਸਵਾਲ ਪੁੱਛਣ ਤੋਂ ਪਹਿਲਾਂ ਹੀ ਉਹਨੂੰ ਫੜ ਲਿਆ ਜਾਂਦਾ, ਜਿਹੜਾ ਆਮ ਬੰਦਾ ਜਿਹੜਾ ਥੰਮ ਹੀ ਨਹੀਂ ਹੈਗਾ ਉਹਦਾ ਕੀ ਹਾਲ ਹੁੰਦਾ ਹੋਊਗਾ। ਅੱਛਾ, ਇਹਦੇ ਨਾਲ ਇੱਕ ਸੁਪਰੀਮ ਕੋਰਟ ਦਾ ਇੱਕ ਹੋਰ ਆਇਆ ਜਿਹੜਾ ਧਾਰਮਿਕ ਸਥਾਨਾਂ ਬਾਰੇ 1991 ਦਾ ਜਿਹੜਾ ਚੱਲ ਰਿਹਾ ਸੀਗਾ, ਉਹ ਕੀ ਮਸਲਾ ਹੈ, ਤੇ ਉਹਨੇ ਅੱਜ ਕੇਂਦਰ ਨੂੰ ਕਿਹਾ ਕਿ ਉਹ 2 ਮਹੀਨੇ 'ਚ ਆਪਣਾ ਰਿਪੋਰਟ ਦੇਵੇ। ਅਸਲ 'ਚ ਇੱਕ ਕਾਨੂੰਨ ਬਣਿਆ ਸੀ, ਕਿਉਂਕਿ ਰੋਜ਼ ਮੁੱਦੇ ਉੱਠਦੇ ਸੀ। ਰਾਮ ਜਨਮ ਭੂਮੀ ਵਾਲਾ ਮੁੱਦਾ ਉੱਠਿਆ, ਵੱਖ-ਵੱਖ ਟਾਈਪ ਦੇ ਉੱਠੇ ਕਿ ਆਹ ਵੀ ਬਦਲ ਦਿਓ, ਆਹ ਵੀ ਬਦਲ ਦਿਓ, ਫਲਾਣੇ ਸਮੇਂ ਸੀ। ਤਾਂ ਇੰਨੇ ਧਾਰਮਿਕ ਟਕਰਾਅ ਜਿਹੜੇ ਪੈਦਾ ਹੋ ਰਹੇ ਨੇ ਸਮਾਜ ਦੇ ਵਿੱਚ, ਤਾਂ ਕੋਈ ਵੀ ਵਰਗ ਜਿਹੜਾ ਇਹਦਾ ਮਤਲਬ ਅੱਗੇ ਨੂੰ ਸੱਤਾ 'ਚ ਆ ਜਾਇਆ ਕਰੂਗਾ, ਫਿਰ ਉਹ ਦੂਜਾ ਕਿਹਾ ਕਰੂਗਾ ਮੈਂ ਹੁਣ ਬਦਲਤਾ, ਫਲਾਣੇ ਨੇ ਫਿਰ ਐਂ ਕੀਤਾ ਸੀ। ਉਸ ਸਮੇਂ ਇਹ ਸੋਚ ਕੇ ਇੱਕ ਕਾਨੂੰਨ ਬਣਿਆ, ਪਾਰਲੀਮੈਂਟ ਨੇ ਕਾਨੂੰਨ ਬਣਾਇਆ ਕਿ ਹੁਣ ਤੱਕ ਚਲੋ ਉਹ ਰਾਮ ਜਨਮ ਭੂਮੀ ਵਾਲਾ ਉਹਦੇ ਵਿੱਚੋਂ ਕੱਢ ਦਿੱਤਾ ਗਿਆ ਜਿਹੜਾ ਕੇਸ ਸੀ। ਬਾਕੀ ਦੇ ਜਿੰਨੇ ਵੀ ਮਾਮਲੇ ਨੇ ਧਾਰਮਿਕ, ਉਹਦੇ ਲਈ ਇੱਕ ਕੱਟ ਆਫ ਡੇਟ ਤੈਅ ਕਰ ਲਈ ਕਿ 15 ਅਗਸਤ 1947 ਤੋਂ ਪਹਿਲਾਂ ਜੋ ਦਸ਼ਾ ਸੀ, ਕਿਸੇ ਨੇ ਜ਼ਬਰਦਸਤੀ ਕੀਤੀ, ਕਿਸੇ ਨੇ ਪਿਆਰ ਨਾਲ ਕੀਤੀ, ਜਿਹੜਾ ਧਾਰਮਿਕ ਸਥਾਨ ਜਿਸ ਵੀ ਧਰਮ ਦਾ ਜਿੱਥੇ ਬਣਿਆ ਹੋਇਆ, ਉਦੋਂ ਬਾਅਦ ਉਹਦੇ ਨਾਲ ਛੇੜਛਾੜ ਨਾ ਕੀਤੀ ਜਾਵੇ। 15 ਅਗਸਤ 1947 ਕੋਈ ਤਾਂ ਕੱਟ ਆਫ ਡੇਟ ਰੱਖਣੀ ਹੁੰਦੀ ਹੈ, ਕੋਈ ਡੈਡਲਾਈਨ। ਹੁਣ ਕਿੱਥੋਂ ਸ਼ੁਰੂ ਕਰਦੇ, ਉਹਨਾਂ ਨੇ ਆਜ਼ਾਦੀ ਤੋਂ ਰੱਖ ਲਈ ਵੀ ਚੱਲ 15 ਅਗਸਤ 1947 ਰੱਖ ਲਓ ਇਸ ਤਰੀਕੇ ਦੇ ਨਾਲ। ਹੁਣ ਜਿਹੜੀ ਇੱਕ ਚੁਣੌਤੀ ਦਿੱਤੀ ਗਈ ਹੈ ਮਤਲਬ ਇਸ ਗੱਲ ਨੂੰ ਸੁਪਰੀਮ ਕੋਰਟ ਦੇ ਵਿੱਚ, ਔਰ ਸੁਪਰੀਮ ਕੋਰਟ ਨੇ ਵੀ ਉਹਨੂੰ ਪ੍ਰਵਾਨ ਕਰ ਲਿਆ, ਨੋਟਿਸ ਦਿੱਤਾ ਹੈ ਕੇਂਦਰ ਸਰਕਾਰ ਨੂੰ, ਤੋਂ ਜਵਾਬ ਮੰਗਿਆ ਕਿ ਕੀ ਕੀਤਾ ਜਾਏਗਾ। ਉਹ ਇਹ ਕਹਿ ਰਹੇ ਨੇ ਕਿ ਇਹ ਕਾਨੂੰਨ ਦੀ ਸੰਵਿਧਾਨਕ ਵੈਧਤਾ ਟੈਸਟ ਕਰਨ ਦੀ ਲੋੜ ਹੈ, ਦੇਖਣ ਦੀ ਲੋੜ ਹੈ, ਇਹ ਸੰਵਿਧਾਨਕ ਤੌਰ ਤੇ ਵਾਜਬ ਨਹੀਂ ਹੈ ਕਾਨੂੰਨ। ਉਹਨਾਂ ਨੇ ਦਲੀਲ ਇਹ ਦਿੱਤੀ ਹੈ ਕਿ 15 ਅਗਸਤ 1947 ਕਿਵੇਂ ਤੈਅ ਕਰ ਲਿਆ ਤੁਸੀਂ, ਆਰਬੀਟਰੇਰੀ ਹੈ। ਪਹਿਲਾਂ ਹਮਲਾਵਰ ਆਏ, ਇੰਨੇ ਹਮਲਾਵਰਾਂ ਨੇ ਇੰਨੇ ਤੋੜ ਫੋੜ ਦਿੱਤੇ, ਫਲਾਨਾ ਕਰਤੇ, ਜੇ ਵਰਤ, ਇਹ ਡੇਟ ਗਲਤ ਹੈ। ਇਸ ਲਈ ਇਹ ਸੰਵਿਧਾਨ ਦੇ ਜਿਹੜੀ ਉਹਦੀ ਧਾਰਮਿਕ ਆਜ਼ਾਦੀ ਦਾ ਸਵਾਲ ਹੈ, ਉਹਦੇ ਰਸਤੇ 'ਚ ਰੁਕਾਵਟ ਹੈ, ਤੇ ਇਹ ਕਾਨੂੰਨ ਰੱਦ ਹੋਣਾ ਚਾਹੀਦਾ। ਆਟੋਮੈਟਿਕਲੀ ਇਹ ਗੱਲ ਸੰਭਵ ਹੈ। ਤੇ ਉੱਥੇ ਮੁਸਲਿਮ ਇੱਕ ਆਰਗੇਨਾਈਜੇਸ਼ਨ ਨੇ ਵੀ ਕਿਹਾ ਵੀ ਇਹਦੇ ਸਾਨੂੰ ਵੀ ਹਿੱਸੇਦਾਰ ਬਣਾਓ ਪਟੀਸ਼ਨ ਦੇ ਵਿੱਚ। 10-12 ਪਟੀਸ਼ਨਾਂ ਇਕੱਠੀਆਂ ਕਰਕੇ ਉਹ ਹੁਣ ਉਹਦੇ 'ਤੇ ਸਵਾਲ ਹੋਏਗਾ। ਬਿਨਾਂ ਸ਼ੱਕ ਹੁਣ ਜਿਹੜਾ ਕੌਣ ਕਰ ਰਿਹਾ ਇਹ ਸਾਰਾ ਕੁਝ, ਔਰ ਹੋ ਸਕਦਾ ਇਹਦੇ 'ਚ ਰੂਲਿੰਗ ਪਾਰਟੀ ਦਾ ਵੀ ਹੱਥ ਹੋਏ ਉਸ ਪੱਧਰ ਦੇ ਉੱਤੇ, ਕਿਉਂਕਿ ਜ਼ਿਆਦਾਤਰ ਹੁਣ ਇਹ ਮੁੱਦੇ ਮਤਲਬ
ਧਾਰਮਿਕ ਸਥਾਨਾਂ ਨੂੰ ਦੁਬਾਰਾ ਰਿਪਲੇਸ ਕਰਨ ਦਾ ਜਿਹੜਾ ਤਰੀਕਾ ਹੈ, ਜਿਹੜੀ ਤਾਕਤਵਰ ਧਿਰ ਹੈ ਉਹੀ ਕਰ ਰਹੀ ਹੈ। ਉਧਰੋਂ ਹੀ ਉਹ ਪਟੀਸ਼ਨਾਂ ਪੈਂਦੀਆਂ ਨੇ ਉਸੇ ਤਰੀਕੇ ਦੇ ਨਾਲ, ਦੂਜੀ ਤਾਂ ਕਰੂਗੀ ਨਹੀਂ, ਦੂਜੀ ਤਾਂ ਡਰਦੀ ਹੈ ਵੀ ਆਪਣਾ ਹੀ ਬਚ ਜੇ, ਜਿੰਨਾ ਵੀ ਜਿਹੜੀਆਂ ਚੀਜ਼ਾਂ ਉਸ ਪੱਧਰ ਦੇ ਉੱਤੇ ਰਹਿੰਦੀਆਂ ਨੇ। ਹੁਣ ਕੀ ਇਹ ਗੱਲ ਵਾਜਬ ਹੈ ਕਿ ਕਿਸੇ ਜ਼ਮਾਨੇ 'ਚ ਵਾਪਰੀਆਂ ਘਟਨਾਵਾਂ ਨੂੰ ਤੁਸੀਂ ਬਾਰ-ਬਾਰ ਢਾਹ ਕੇ ਦੂਜੀਆਂ ਬਣਾਉਂਦੇ ਜਾਓ ਬਾਰ-ਬਾਰ? ਕਿਤੇ ਤਾਂ ਕੋਈ ਉਹਦੇ 'ਤੇ ਰੋਕ ਲੱਗਣੀ ਹੋ ਚਾਹੀਦੀ ਹੈ। ਕੋਈ ਤਾਂ ਸਹਿਮਤੀ ਸਮਾਜ ਨੂੰ ਪੀਸਫੁਲ ਚਲਾਉਣ ਦੇ ਵਾਸਤੇ, ਅਮਨ ਪਸੰਦਗੀ ਨਾਲ ਚੱਲਣ ਵਾਸਤੇ ਕਿਤੇ ਤਾਂ ਗੱਲ ਹੁੰਦੀ ਹੈ। ਜਿਹੜਾ ਵੀ ਮਰਜ਼ੀ ਝਗੜੇ ਨਿਬੇੜਨੇ ਹੁਣ, ਆਪਾਂ ਕਹਿੰਦੇ ਵੀ ਚੱਲ ਇੱਥੇ ਡੇਟ ਰੱਖ ਲਓ ਯਾਰ, ਇਸ ਤੋਂ ਬਾਅਦ ਆਪਾਂ ਨਿਬੇੜਦੇ ਹਾਂ। ਤੇ ਜੇ ਐਵੇਂ ਹੀ ਖੋਲ੍ਹਣੇ ਨੇ, ਹੁਣ ਕਈ ਹੋਰ ਸ਼ੁਰੂ ਕਰਤੇ ਨੇ ਖੋਲ੍ਹਣੇ, ਮਤਲਬ ਇਹੋ ਜਿਹੇ ਕਿਤੇ ਕੋਈ ਮੰਦਿਰ ਹੈ, ਕਿਤੇ ਕੋਈ ਹੋਰ ਚੀਜ਼ ਬਣੀ ਹੋਈ ਹੈ ਵੀ ਇਹ ਉਸ ਸਮੇਂ ਮੁਸਲਮ ਰੂਲਰ ਸੀ, ਫਲਾਣੇ ਥਾਂ ਸੀ, ਫਲਾਣੇ ਥਾਂ ਸੀ। ਤਾਂ ਇਹ ਜੇਕਰ ਇਸ ਪਾਸੇ ਵੱਲ ਨੂੰ ਚੱਲ ਪੈਂਦਾ ਹੈ, ਇਹਦੇ 'ਤੇ ਮੈਨੂੰ ਲੱਗਦਾ ਪੋਲੀਟੀਕਲ ਸਹਿਮਤੀ ਵੀ ਇੱਕ ਜ਼ਰੂਰੀ ਹੈ ਬਣਨੀ, ਤੇ ਕਾਨੂੰਨੀ ਸਹਿਮਤੀ ਵੀ ਜ਼ਰੂਰੀ ਹੈ ਕਿ ਹਾਂ ਛੇੜਛਾੜ ਦਾ ਇੱਕ ਟਾਈਮ ਸੀਗਾ ਤੇ ਜਿਹੜਾ ਟਾਈਮ ਹੈ ਹੋ ਗਿਆ ਤੇ ਉਸ ਤੋਂ ਬਾਅਦ ਲੰਘ ਗਿਆ। ਤੇ ਨਾਲੇ ਇਹਨਾਂ ਨਾਲ ਲੋਕਾਂ ਦੀਆਂ ਜ਼ਿੰਦਗੀਆਂ 'ਤੇ ਕੀ ਅਸਰ ਪੈਂਦਾ ਹੈ। ਲੋਕਾਂ ਦੇ ਲਈ ਹੋਰ ਬਹੁਤ ਮੁੱਦੇ ਨੇ, ਲੋਕਾਂ ਲਈ ਰੁਜ਼ਗਾਰ ਦਾ ਮੁੱਦਾ ਹੈ, ਪੜ੍ਹਾਈ ਦਾ ਮੁੱਦਾ ਹੈ, ਲੋਕਾਂ ਲਈ ਮਹਿੰਗਾਈ ਦਾ ਮੁੱਦਾ ਹੈ, ਲੋਕਾਂ ਦੀ ਜ਼ਿੰਦਗੀ ਵਧੀਆ ਬਣਾਉਣ ਦਾ ਮੁੱਦਾ ਹੈ। ਤੇ ਜਿਹੜੇ ਟਕਰਾਅ ਦੇ ਮੁੱਦੇ ਨੇ, ਟਕਰਾਅ ਦੇ ਮੁੱਦੇ ਤਾਂ ਲੋਕਾਂ ਦੀ ਜ਼ਿੰਦਗੀ ਦੇ ਰਾਹ ਦੇ ਵਿੱਚ ਸਗੋਂ ਰੋੜਾ ਹੀ ਅਟਕਾਉਂਦੇ ਨੇ ਕਿ ਉਹ ਠੀਕ ਪਾਸੇ ਨਾ ਚੱਲਣ, ਜਨੂੰਨ ਭੜਕਾਉਂਦੇ ਨੇ, ਖੇਮਾਬੰਦੀ ਕਰਦੇ ਨੇ, ਸੱਬਬੰਦੀ ਐਡੇ ਵੱਡੇ ਪੱਧਰ 'ਤੇ ਹੋ ਜਾਂਦੀ ਹੈ, ਟਕਰਾਅ ਉਹਦੇ 'ਚ ਪੈਦਾ ਹੁੰਦਾ। ਇਸ ਲਈ ਇਹ ਜਿਹੜੇ ਪਟੀਸ਼ਨਾਂ ਨੇ ਮੈਨੂੰ ਲੱਗਦਾ ਜਿਹੜੀਆਂ ਪਈਆਂ ਨੇ, ਹਾਲਾਂਕਿ ਇਹਦੇ 'ਤੇ ਜੇ ਤੁਰੰਤ ਚਰਚਾ ਹੋਣੀ ਸ਼ੁਰੂ ਹੋ ਜਾਏਗੀ ਤਾਂ ਸੰਵਿਧਾਨਕ ਵੈਧਤਾ ਵਾਲੀਆਂ ਦੂਜੀਆਂ ਜਿਹੜੀਆਂ ਪਟੀਸ਼ਨਾਂ ਪਈਆਂ ਨੇ ਇੰਨੇ ਲੰਮੇ ਸਮੇਂ ਦੀਆਂ, ਉਹਨਾਂ 'ਤੇ ਸੁਣਵਾਈ ਕਿਉਂ ਨਹੀਂ ਹੈ? ਜੰਮੂ ਕਸ਼ਮੀਰ ਵਾਲੀ ਪਈ ਹੋਈ ਹੈ, 3 ਸਾਲ ਹੋ ਗਏ ਨੇ, ਉਹ ਵੀ ਸੰਵਿਧਾਨਕ ਵੈਧਤਾ ਨਾਲ ਜੁੜੀ ਹੋਈ ਹੈ। ਇਲੈਕਟੋਰਲ ਬੌਂਡਸ ਦੀ ਪਈ ਹੋਈ ਹੈ, ਜਿਹੜਾ ਨਾਗਰਿਕ ਸੋਧ ਬਿੱਲ ਹੈ ਉਹਦੇ ਵਾਲੀ ਪਈ ਹੋਈ ਹੈ। ਕਿੰਨੀਆਂ ਹੀ ਪਟੀਸ਼ਨਾਂ ਪਈਆਂ ਹੋਈਆਂ ਨੇ, ਇੱਥੋਂ ਤੱਕ ਕਿ ਹੈਬਿਸ ਕਾਰਪਸ ਜਿਹਦੇ 'ਚ ਹੁੰਦਾ ਕਿ ਬੰਦੇ ਦੀ ਜਾਨ ਦੀ ਤੁਰੰਤ ਪ੍ਰੋਬਲਮ ਹੈ ਤੇ ਤੁਰੰਤ ਉਹਨੂੰ ਰਿਹਾ ਕਰਾਉਣਾ ਹੈ। ਆ ਪਿੱਛੇ ਹਫ਼ਤਾ ਪਹਿਲਾਂ ਇੱਕ ਰਿਪੋਰਟ ਆਈ ਹੈ ਜੰਮੂ ਕਸ਼ਮੀਰ ਦੀ, ਐਸੇ 4 ਅਗਸਤ ਤੱਕ 585 ਪਈਆਂ ਹੋਈਆਂ ਨੇ, ਕੇਵਲ 14 ਤੇ ਨਿਪਟਾਰਾ ਹੋਇਆ। ਤੇ ਉਹ ਚੀਜ਼ਾਂ ਨੂੰ ਵੀ ਤਾਂ ਦੇਖਣਾ। ਉਹਦੇ ਤੋਂ ਫਿਰ ਲੋਕਾਂ ਦੇ ਦਿਮਾਗਾਂ 'ਚ ਇੱਕ ਇਹ ਜਾਂਦਾ ਹੈ ਕਈ ਵਾਰ, ਖਾਸ ਤੌਰ 'ਤੇ ਘੱਟ ਗਿਣਤੀਆਂ ਦੇ, ਦਲਿਤਾਂ ਦੇ, ਕਮਜ਼ੋਰ ਬੰਦਿਆਂ ਦੇ, ਕਿ ਦੇਸ਼ ਦੇ ਵਿੱਚ ਕਿਤੇ ਨਾ ਕਿਤੇ ਕੋਈ ਗੱਲ ਬਰਾਬਰੀ ਵਾਲੀ ਨਹੀਂ ਹੋ ਰਹੀ ਤੇ ਉਹਦੇ 'ਚ ਕੋਈ ਨਾ ਕੋਈ ਪ੍ਰੋਬਲਮ ਲਗਾਤਾਰ ਆ ਰਹੀ ਹੈ। ਇਹ ਅਹਿਸਾਸ ਕਿਵੇਂ ਦੂਰ ਹੋਵੇ? ਇਹਦੇ 'ਚ ਸਾਡੀ ਸਿਆਸਤ ਨੂੰ, ਸਿਵਲ ਸੁਸਾਇਟੀ ਨੂੰ ਤੇ ਅਦਾਲਤੀ ਪ੍ਰਣਾਲੀ ਨੂੰ ਕਿਤੇ ਇਕਜੁੱਟ ਹੋਣਾ ਪਏਗਾ, ਇਹਨਾਂ ਮੁੱਦਿਆਂ ਨੂੰ ਐਡਰੈਸ ਕਰਨਾ ਪਏਗਾ। ਨਹੀਂ ਤਾਂ ਉਹ ਬਾਰ-ਬਾਰ ਜਿਹੜੇ ਜ਼ਖਮ ਨੇ ਉਹ ਉਚੜਦੇ ਰਹਿਣਗੇ ਤੇ ਉਹ ਜ਼ਖਮਾਂ ਦੇ ਉਚੜਦੇ ਰਹਿਣ ਦੇ ਨਾਲ ਸਮਾਜ ਦੇ ਵਿੱਚ ਖੂਨ ਖਰਾਬਾ ਹੀ ਹੁੰਦਾ, ਕੋਈ ਮਤਲਬ ਫੈਸਲਾ ਨਹੀਂ ਬਿਹਤਰ ਹੋ ਸਕਦਾ। ਤੁਸੀਂ ਗੱਲ ਚੋਂ ਗੱਲ ਨਿਕਲਦੀ ਹੈ, ਤੁਸੀਂ ਗੱਲ ਕੀਤੀ ਸੀ ਵੀ ਮਨੁੱਖੀ ਵਿਕਾਸ ਦੀ, ਆਮ ਬੰਦੇ ਦੀ। ਇਹਦੇ ਨਾਲ ਇੱਕ ਸਵਾਲ ਜੁੜਦਾ ਹੈ। ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਆਈ ਹੈ ਜਿਹਦੇ 'ਚ ਦੁਨੀਆ ਭਰ ਦੇ ਮੁਲਕਾਂ 'ਚ ਲੋਕਾਂ, ਜਿਹੜੇ ਮਨੁੱਖ ਨੇ, ਉਹਦੀ ਜਿਹੜੀ ਓਵਰਆਲ ਡਿਵੈਲਪਮੈਂਟ ਆ ਉਹਦੇ ਬਾਰੇ ਇੱਕ ਸਰਵੇ ਸਾਹਮਣੇ ਆਇਆ। ਤੇ ਉਹ ਕੀ ਹੈ ਤੇ ਭਾਰਤ ਦੀ ਉਹਦੇ ਵਿੱਚ ਕੀ ਪੋਜੀਸ਼ਨ ਹੈ? ਸੰਯੁਕਤ ਰਾਸ਼ਟਰ ਦੀ ਡਿਵੈਲਪਮੈਂਟ ਰਿਪੋਰਟ ਹੈ ਤੇ ਉਹ ਡਿਵੈਲਪਮੈਂਟ ਦੇ ਰਿਪੋਰਟ ਦੇ ਵਿੱਚ ਭਾਰਤ ਮਤਲਬ ਹਰ ਵਾਰ ਥੋੜ੍ਹਾ ਜਿਹਾ ਖਿਸਕਦਾ ਹੀ ਜਾ ਰਿਹਾ ਹੈ। ਐਤਕੀ ਉਹ 132-33ਵੇਂ ਨੰਬਰ 'ਤੇ ਚਲਾ ਗਿਆ, 132 'ਤੇ ਚਲਾ ਗਿਆ, ਪਹਿਲਾਂ 31 ਸੀਗਾ, ਇੱਕ ਹੋਰ ਪੁਆਇੰਟ ਬਣ ਕੇ ਉਹਦੇ 'ਚ ਹੋ ਗਿਆ। ਹਾਲਾਂਕਿ ਉਸ ਰਿਪੋਰਟ ਨੇ ਦੁਨੀਆ ਪੱਧਰ 'ਤੇ ਵੀ ਇਹ ਗੱਲ ਤਾਂ ਕੀਤੀ ਹੈ ਕਿ ਦੁਨੀਆ ਦਾ ਜਿਹੜਾ ਡਿਵੈਲਪਮੈਂਟ ਦਾ ਇੱਕ ਸਿਸਟਮ ਹੈ ਉਹ 2016 'ਤੇ ਚਲਾ ਗਿਆ ਵਿਕਾਸ। ਖਾਸ ਤੌਰ 'ਤੇ 2021 ਦਾ ਜਿਹੜਾ ਸਵਾਲ ਰਿਹਾ ਇਹਦਾ ਕਰੋਨਾ ਦਾ ਤੇ ਬਾਕੀ ਦੇ ਮਾਮਲੇ 'ਚ, ਇਹਦੇ ਨਾਲ ਜਿੰਨੀ ਬੇਰੁਜ਼ਗਾਰੀ ਆਈ ਹੈ, ਇਹਦੇ ਨਾਲ ਜਿੰਨੀ ਬਾਕੀ ਦੀਆਂ ਚੀਜ਼ਾਂ ਦਾ ਇਹਦੇ 'ਤੇ ਅਸਰ ਪਿਆ ਜ਼ਿੰਦਗੀ ਦੇ ਉੱਤੇ, ਇਹ ਬਹੁਤ ਵੱਡਾ ਅਸਰ ਪਿਆ। ਪਰ ਭਾਰਤ ਵਰਗੇ ਦੇਸ਼ਾਂ ਦੇ ਵਿੱਚ ਉਹਨੇ ਖਾਸ ਤੌਰ 'ਤੇ ਕਿਹਾ, ਆਹ ਪੁਆਇੰਟ ਜਿਹੜਾ ਆਪਾਂ ਪਹਿਲਾਂ ਦੋਨੇ ਪੁਆਇੰਟਾਂ 'ਚ ਡਿਸਕਸ ਕੀਤਾ ਹੈ, ਉਹ ਕਹਿੰਦਾ ਜਿਹੜਾ ਅਨਰੈਸਟ ਹੈ, ਧਾਰਮਿਕ ਖੇਮੇਬੰਦੀਆਂ ਨੇ, ਬਾਕੀ ਦੇ ਸਮਾਜਿਕ ਪਹਿਲੂਆਂ ਦੇ ਉੱਤੇ ਟਕਰਾਅ ਨੇ ਆਪਸ ਦੇ ਵਿੱਚ, ਇਹ ਵੀ ਵਿਕਾਸ ਦੇ ਰਸਤੇ 'ਚ ਸਭ ਤੋਂ ਬੜੀ ਰੁਕਾਵਟ ਬਣਦੇ ਨੇ। ਇਹਦੇ 'ਚ ਜਿਹੜੀਆਂ ਇਨਵੈਸਟਮੈਂਟਾਂ ਹੋਣੀਆਂ ਨੇ, ਜਿਹੜੇ ਲੋਕਾਂ ਨੇ ਅੱਗੇ ਉਤਸ਼ਾਹ ਨਾਲ ਕੰਮ ਕਰਨਾ, ਲੋਕ ਨਿਰਉਤਸ਼ਾਹਤ ਹੁੰਦੇ ਨੇ, ਉਦਾਸ ਹੁੰਦੇ ਨੇ, ਬੇਚੈਨ ਹੁੰਦੇ ਨੇ, ਤੇ ਉਹ ਉਦਾਸ ਲੋਕ ਬਹੁਤ ਵੱਡਾ ਦੇਸ਼ ਲਈ ਕੋਈ ਮਤਲਬ ਇੱਕ ਵਿਕਾਸ ਵਾਲਾ ਕੰਮ ਨਹੀਂ ਕਰ ਸਕਦੇ, ਉਤਸ਼ਾਹਤ ਹੋ ਕੇ ਨਹੀਂ ਕੰਮ ਕਰਦੇ। ਇਹ ਇੱਕ ਬਹੁਤ ਵੱਡਾ ਕੰਪੋਨੈਂਟ ਉਹਦੇ ਵਿੱਚ ਹੈਗਾ। ਦੂਜਾ ਉਹਦੇ ਵਿੱਚ ਬੜਾ ਵੱਡਾ ਕੰਪੋਨੈਂਟ ਇਹ ਹੈ ਕਿ ਤੁਸੀਂ ਕਿਸ ਪੱਧਰ ਦੇ ਉੱਤੇ ਲੋਕਾਂ ਦੀ ਇਨਕਲੂਸਿਵ ਗਰੋਥ ਕਰਦੇ ਹੋ, ਲੋਕਾਂ ਦੀ ਸ਼ਮੂਲੀਅਤ, ਲੋਕਾਂ ਦੀ ਗਰੀਬੀ ਦਾ ਸਵਾਲ ਹੈ, ਅਨਪੜ੍ਹਤਾ ਦਾ ਸਵਾਲ ਹੈ, ਰੁਜ਼ਗਾਰ ਦਾ ਸਵਾਲ ਹੈ, ਇਹ ਸਾਰੇ ਸਵਾਲ ਉਹਦੇ 'ਚ ਐਡਰੈਸ ਕੀਤੇ ਜਾਂਦੇ ਨੇ। ਇਹਨਾਂ ਸਮਿਆਂ ਦੇ ਵਿੱਚ ਜਿਹੜਾ ਇੱਕ ਗੈਪ ਹੈ ਮਤਲਬ ਗਰੀਬੀ ਤੇ ਅਮੀਰੀ ਦਾ, ਰਹਿਣ ਸਹਿਣ ਦਾ, ਇਹ ਵੀ ਬਹੁਤ ਵਧਿਆ। ਔਰ ਇਹਦੇ 'ਚ ਇਹ ਹੋਇਆ ਕਿ 1% ਲੋਕਾਂ ਕੋਲ 27.6, 27.5% ਦੌਲਤ ਜਿਹੜੀ ਹੈ ਉਹ ਚਲੀ ਗਈ ਹੈ ਪੂਰੇ ਇਸ
ਸਾਲ ਦੇ ਵਿੱਚ ਜਦੋਂ ਆਪਾਂ ਹੋਰ ਕਰਦੇ, ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਇਕੱਠੀ ਹੋ ਰਹੀ ਹੈ ਬਹੁਤ ਵੱਡੇ ਪੱਧਰ ਦੇ ਉੱਤੇ। ਤੇ ਜਦੋਂ ਇਕੱਠੀ ਹੋ ਰਹੀ ਹੈ, ਔਰ ਜਿਹੜੀ ਗੱਲ ਇਹਨਾਂ ਦਿਨਾਂ 'ਚ ਬਾਰ-ਬਾਰ ਕਈ ਲੀਡਰ ਵੀ ਉਠਾ ਰਹੇ ਨੇ, ਵੱਖ-ਵੱਖ ਟਾਈਪ ਦੇ ਜਿਹੜੇ ਵਿਰੋਧੀ ਧਿਰਾਂ ਦੇ ਲੀਡਰ ਨੇ, ਜਿਹੜੇ ਕਹਿੰਦੇ ਨੇ ਕੁਝ ਖਾਸ ਘਰਾਣੇ ਨੇ ਜਿਹੜੇ ਆਪਾਂ ਰੋਜ਼ ਪੜ੍ਹਦੇ ਹਾਂ ਵੀ ਅਡਾਨੀ ਸਾਹਿਬ ਨੇ ਜੋ ਤੀਜੇ ਨੰਬਰ ਦੇ ਅਮੀਰ ਹੋ ਗਏ ਨੇ, ਹੁਣ ਇੰਨੇ ਅਰਬਪਤੀ ਹੋ ਗਏ ਦੇਸ਼ ਦੇ ਵਿੱਚ, ਇੰਨੇ ਬੰਦਿਆਂ ਕੋਲ ਪੈਸੇ ਚਲੇ ਗਏ। ਤੇ ਦੂਜੇ ਪਾਸੇ ਆਪਾਂ ਇਹ ਵੀ ਦੇਖਦੇ ਹਾਂ ਕਿ 12.5 ਕਰੋੜ ਲੋਕਾਂ ਦੀ ਨੌਕਰੀ ਚਲੀ ਗਈ ਇਕੱਲੇ ਕਰੋਨਾ ਦੇ ਵਿੱਚ। ਫਿਰ ਜਿਹੜੀਆਂ ਛੋਟੇ ਤੇ ਮੱਧਮ ਦਰਜੇ ਦੀਆਂ ਉਦਯੋਗ ਆ ਉਹ ਬੰਦ ਹੋ ਗਿਆ, ਮੁੜ ਕੇ ਖੜਾ ਨਹੀਂ ਹੋਇਆ ਉਸ ਪੱਧਰ ਦੇ ਉੱਤੇ। ਫਿਰ ਬਾਕੀ ਦੀਆਂ ਚੀਜ਼ਾਂ ਦੇ ਵਿੱਚ ਜਿੱਥੇ ਲੋਕ ਰੁਜ਼ਗਾਰ ਭਾਲਦੇ ਸੀ ਵੱਖ-ਵੱਖ ਖੇਤਰਾਂ ਦੇ ਵਿੱਚੋਂ, ਉਹਨਾਂ ਦੀ ਆਮਦਨ ਲਗਾਤਾਰ ਘਟੀ ਹੈ। 84% ਦੀ ਆਮਦਨ 'ਚ ਘਾਟਾ ਹੋਇਆ ਪਿਛਲੇ ਸਮੇਂ ਨਾਲੋਂ, ਉਦੋਂ ਵੱਧ ਨਹੀਂ ਰਿਹਾ। ਨੌਕਰੀਆਂ 'ਤੇ ਕੱਟ ਲੱਗੇ, ਵੱਖ-ਵੱਖ ਟਾਈਪ ਦੀਆਂ ਚੀਜ਼ਾਂ ਨੇ। ਉਹਦੇ 'ਚ ਜਦੋਂ ਕਾਮਨ ਮੈਨ ਦੀ ਆਮਦਨ ਘਟਦੀ ਜਾ ਰਹੀ ਹੋਵੇ ਤੇ ਕੁਝ ਲੋਕਾਂ ਦੀ ਆਮਦਨ ਵੱਧਦੀ ਜਾ ਰਹੀ ਹੋਵੇ, ਤਾਂ ਜੇ ਉਹਨੂੰ ਇਕੱਲੀ GDP ਨੂੰ ਵਾਧਾ ਨੂੰ ਤੁਸੀਂ ਦੇਖੀ ਜਾਓਗੇ ਇਕੱਲੇ ਨੂੰ, ਤਾਂ GDP ਦਾ ਮਤਲਬ ਇਹ ਹੋ ਜਾਂਦਾ ਕਿ ਬਾਕੀ ਦੇ ਲੋਕ ਨੂੰ ਫਾਇਦਾ ਹੁੰਦਾ ਜਾਂ ਨਹੀਂ ਹੁੰਦਾ, ਉਹਦਾ ਕੋਈ ਹਿੱਸਾ ਉਹਨਾਂ ਤੱਕ ਵੀ ਜਾਂਦਾ ਜਾਂ ਨਹੀਂ ਜਾਂਦਾ। ਇਹਨੂੰ ਹੈਪੀਨੈਸ ਇੰਡੈਕਸ ਦੇ ਰੂਪ ਦੇ ਵਿੱਚ ਜੇ ਦੇਖਦੇ ਹੋ ਤਾਂ ਬਹੁਤ ਹੇਠਾਂ ਚਲਾ ਜਾਂਦਾ ਸਗੋਂ ਬਾਕੀ ਲੋਕਾਂ ਦਾ ਜਿਹੜਾ ਸਵਾਲ ਹੈ। ਇਸ ਕਰਕੇ ਸਭ ਤੋਂ ਬੜਾ ਸਵਾਲ ਅੱਜ ਕੱਲ੍ਹ ਤਾਂ ਇਹ ਆ ਰਿਹਾ ਸਾਡੇ ਕੋਲ, 4 ਸਟੇਟਾਂ ਨੇ ਇੱਕ ਚੰਗਾ ਥੋੜ੍ਹਾ ਜਿਹਾ ਉਪਰਾਲਾ ਵੀ ਕੀਤਾ, ਪਰ ਪ੍ਰੈਕਟਿਸ 'ਚੋਂ ਕਿੰਨਾ ਹੋਊਗਾ ਉਹ ਅਲੱਗ ਸਵਾਲ ਹੈ। ਕਿ ਜਿਵੇਂ ਪੇਂਡੂ ਦੇ ਮਜ਼ਦੂਰਾਂ ਨੂੰ ਕੰਮ ਦੇਣ ਦੇ ਵਾਸਤੇ ਘੱਟੋ ਘੱਟ ਮਨਰੇਗਾ ਇੱਕ ਲੈਵਲ ਦਾ 100 ਦਿਨ ਦਾ ਸੀ, ਸ਼ਹਿਰੀ ਲੋਕਾਂ ਲਈ ਵੀ 100 ਦਿਨ ਦੀ ਮਤਲਬ ਸਕੀਮ ਅੱਜ ਰਾਜਸਥਾਨ 'ਚ ਲਾਗੂ ਹੋਈ ਹੈ, 9 ਸਤੰਬਰ ਸੀ। 3 ਹੋਰ ਸਟੇਟਾਂ ਦੇ ਵਿੱਚ ਵੀ ਹੈ ਵੀ ਉੱਥੇ ਵੀ ਥੋੜ੍ਹਾ ਥੋੜ੍ਹਾ ਰੁਜ਼ਗਾਰ ਜਿਹੜਾ ਘੱਟੋ ਘੱਟ ਕਿਸੇ ਤਰੀਕੇ ਦਿੱਤਾ ਜਾਏ, ਗਰੰਟੀ ਜਿਹੜੀ ਕੀਤੀ ਜਾਏ 100 ਦਿਨ ਦੇ ਕੰਮ ਦੀ ਉਹ ਸੀ। ਔਰ ਇਸੇ ਕਰਕੇ ਬਹੁਤ ਵੱਡੇ ਮਾਹਰ ਸ਼ੁਰੂ ਤੋਂ ਇਹ ਕਹਿੰਦੇ ਆ ਰਹੇ ਨੇ ਕਿ ਲੋਕਾਂ ਨੂੰ ਕੰਮ ਦਿਓ, ਕੰਮ ਦੇ ਨਾਲ ਉਹਨਾਂ ਦੀ ਜੇਬ 'ਚ ਪੈਸਾ ਜਾਊਗਾ, ਉਹਨਾਂ ਦੀ ਜੇਬ 'ਚ ਪੈਸਾ ਜਾਊਗਾ ਤਾਂ ਉਹ ਮੰਡੀ 'ਚ ਜਾਊਗਾ ਪੈਸਾ, ਤੇ ਇੱਕ ਸਰਕਲ ਚੱਲੂਗਾ ਮੰਡੀ ਦਾ, ਐਂ ਚੱਲਣਾ ਹੈ। ਬਾਕੀ ਨਹੀਂ, ਜਿਹੜੇ ਇਕੱਲੇ 4 ਅਮੀਰਾਂ ਕੋਲ ਚਲਾ ਗਿਆ ਉਹ ਪੈਸਾ ਮਾਰਕੀਟ ਨੂੰ ਨਹੀਂ ਉੱਪਰ ਚੱਕਦਾ, ਆਮ ਸਧਾਰਨ ਲੋਕ ਚੱਕਦੇ ਨੇ। ਇਹ ਰਿਪੋਰਟ ਵੀ ਇਹੀ ਕਹਿ ਰਹੀ ਹੈ ਕਿ ਇਹਦੇ ਜਿਹੜੀਆਂ ਲੱਭਤਾਂ ਨੇ ਉਹ ਇਹ ਕਹਿ ਰਹੀਆਂ ਨੇ ਕਿ ਕੀ ਗੌਰਮੈਂਟਾਂ ਇਸ ਪਾਸੇ ਸੋਚਣਗੀਆਂ ਕਿ ਆਮ ਸਧਾਰਨ ਲੋਕਾਂ ਨੂੰ ਪੈਸਾ ਜ਼ਿਆਦਾ ਮਿਲੇ, ਜਿਹੜੀ ਮਿਡਲ ਕਲਾਸ ਹੈ, ਲੋਅਰ ਕਲਾਸ ਹੈ, ਤਾਂ ਕਿ ਉਹ ਜਿੰਨਾ ਖਰਚ ਕਰਨਗੀਆਂ ਉਹਦੇ ਨਾਲ ਦੇਸ਼ ਪ੍ਰਫੁੱਲਤ ਹੋਏਗਾ ਜਾਂ ਲੋਕ ਪ੍ਰਫੁੱਲਤ ਹੋਣਗੇ, ਨਾ ਕਿ ਕੁਝ ਅਮੀਰਾਂ ਦੇ ਨਾਲ। ਔਰ ਇਹ ਰਿਪੋਰਟਾਂ ਨੇ ਆ ਜਾਂਦੀਆਂ ਨੇ, ਆਪਾਂ ਵੀ ਚਰਚਾ ਕਰਦੇ ਹਾਂ, ਲੋਕ ਵੀ ਦੇਖ ਲੈਂਦੇ ਨੇ। ਜੇ ਉਹ 'ਤੇ ਅਮਲ ਨਹੀਂ ਹੋਣਾ ਤਾਂ ਕੋਈ ਫਾਇਦਾ ਨਹੀਂ ਹੈ। ਔਰ ਅਮਲ ਉਦੋਂ ਹੋਣਾ ਜਦੋਂ ਲੋਕ ਇਹਨਾਂ ਰਿਪੋਰਟਾਂ 'ਤੇ ਦੀਆਂ ਗੱਲਾਂ 'ਤੇ ਅਮਲ ਕਰਨਾ ਸ਼ੁਰੂ ਕਰਨਗੇ, ਪ੍ਰੈਸ਼ਰ ਪਾਉਣਗੇ, ਦਬਾਅ ਪਾਉਣਗੇ, ਚੇਤਨ ਹੋਣਗੇ। ਸਰਕਾਰਾਂ ਨੂੰ ਪਤਾ ਲੱਗੂਗਾ ਕਿ ਹੁਣ ਵੋਟ ਇਹਨਾਂ ਗੱਲਾਂ ਨਾਲ ਮਿਲਣ ਲੱਗ ਗਈ। ਜੇ ਵੋਟ ਉਹੀ ਹਿੰਦੂ ਮੁਸਲਿਮ, ਹਿੰਦੂ ਸਿੱਖ ਜਾਂ ਉਹਦੇ 'ਤੇ ਮਿਲਣੀ ਹੈ, ਫਿਰ ਸ਼ਾਇਦ ਕੋਈ ਇਹਦੇ 'ਤੇ ਅਮਲ ਨਾ ਕਰੇ। ਇਸ ਲਈ ਲੋਕਾਂ ਨੂੰ ਵੀ ਆਪਣੇ ਆਪ 'ਚ ਸੋਚਣਾ ਪਏਗਾ ਕਿ ਕਿੱਡੀ ਕੁ ਵੱਡੀ ਉਹ ਇਹਦੇ 'ਤੇ ਕੋਈ ਚੇਤਨਾ ਮੁਹਿੰਮ ਪੈਦਾ ਕਰਦੇ ਨੇ। ਤੇ ਰਿਪੋਰਟਾਂ ਦਾ ਆਪਣਾ ਇੱਕ ਰੋਲ ਹੈ, ਉਹ ਤੁਹਾਡੇ ਸਾਹਮਣੇ ਤੱਥ ਰੱਖਦੀਆਂ ਨੇ, ਤੁਹਾਡੇ ਸਾਹਮਣੇ ਇੱਕ ਦਲੀਲ ਦਿੰਦੀਆਂ ਨੇ, ਤੇ ਉਹਨੂੰ ਬਣਾਉਣਾ ਆਪੋ ਆਪਣੇ ਹੱਥ ਦੇ ਵਿੱਚ ਇਹ ਸੁਸਾਇਟੀ ਦੇ ਵੱਖ-ਵੱਖ ਵਰਗਾਂ ਦੀ ਜ਼ਿੰਮੇਵਾਰੀ ਹੈ। ਬਹੁਤ ਬਹੁਤ ਸ਼ੁਕਰੀਆ ਹਮੀਰ ਜੀ। ਹਮੀਰ ਜੀ ਨੇ ਜਿਹੜੀ ਗੱਲ ਕੀਤੀ ਹੈ ਵੀ ਇਹਦਾ ਇੱਕ ਨਿਚੋੜੇ ਨਿਕਲਦਾ ਹੈ ਵੀ ਭਾਵੇਂ GDP ਹਿੰਦੁਸਤਾਨ ਨੇ GDP ਦੇ ਵਿੱਚ ਬਰਤਾਨੀਆ ਨੂੰ ਪਿੱਛੇ ਛੱਡਤਾ, ਪਰ ਆਮ ਲੋਕਾਂ ਤੱਕ ਉਹ GDP ਦਾ ਬਹੁਤਾ ਅਸਰ ਨਹੀਂ ਹੋ ਰਿਹਾ। ਪੰਜਾਬੀ 'ਚ ਕਹਾਵਤ ਹੈ ਵੀ ਮਨ ਦੁੱਧ ਦਾ ਕੱਟੇ ਨੂੰ ਕੀ ਭਾਅ। ਬਹੁਤ ਬਹੁਤ ਧੰਨਵਾਦ, ਕੱਲ੍ਹ ਨੂੰ ਫਿਰ ਮਿਲਾਂਗੇ।